सत श्री अकाल, तुसी देख रहे हो इंडिया प्लस लाइव। मैं मनप्रीत कौर लैके आई हाँ तुहाडे लई कुछ खास खबरां। नगर कौंसल वालों खोखे चुकन की चेतावनी ते भुख हड़ताल ते बैठे खोखा मालकां ने शरेआम फांसी लाउण दी कीती कोशिश। हरियाणा के साबका मुख्यमंत्री भूपिंदर सिंह हुड्डा ने किसान महापंचायत ते कहा किसानां दी मंगां पूरी तरह जायज़ हन। जलंधर दे सुच्ची पिंड च लुटेरे पिस्तौल दी नोक ते फैक्टरी मालक तो 40,000 लुट के होए फरार। हुण किसानां दे समर्थन लई करनाल पहुंची खालसा एड टीम, कीता भोजन ते पानी दा प्रबंध। करनाल महापंचायत च पुलिस ने राकेश टिकैत सने कई किसान आगुआं नूं हिरासत च लिया। कसूती घिरी हरियाणा सरकार, किसानां दा करनाल सकत्रेत नूं घेरा, अज मुड़ मीटिंग दी संभावना। राकेश टिकैत तो जानो कितना लंबा चलेगा यह अंदोलन, सुनो धमाकेदार स्पीच। पंजाब पुलिस ने 17 अपराधिक मामलिਆਂ विच गैंगस्टर जसप्रीत बब्बी नूं हथियारां समेत कीता गिरफ्तार। मोगे विच आम आदमी पार्टी ने बिजली समझौते नूं लै के बस अड्डे दे सामने लाया धरना। संसद मैंबर अर्जुन सिंह दे घर दे बाहर देसी बंबां नाल होया हमला, NIA जांच दी कीती मांग। अज दी पहली वड्डी खास खबर। नगर कौंसल वालों खोखे चुकन दी चेतावनी ते भुख हड़ताल ते बैठे खोखा मालकां ने शरेआम फांसी लाउण दी कीती कोशिश। कांग्रेस पार्टी मुर्दाबाद, कांग्रेस पार्टी मुर्दाबाद, कांग्रेस पार्टी मुर्दाबाद, महारानी पंडित मुर्दाबाद, महारानी पंडित मुर्दाबाद, 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 महारानी पंडित मुर्दाबाद, कांग्रेस पार्टी। मैंने जीना नहीं भाई, मैं नहीं भुखना, मैं नहीं भुख। कोई नहीं कुछ नहीं, कोई नहीं संभालेंगे। मेरा सफर हो गया, मेरे पर बहुत छिड़को, आगे ला गया मेरे। डेरा बसी बस स्टैंड ते स्थित 13 खोखिਆਂ ਨੂੰ डेरा बसी नगर कौशल ਵੱਲੋਂ ਜਬਰਨ ਚੁੱਕਣ ਦੀ ਦਿੱਤੀ ਚੇਤਾਵਨੀ ਤੇ खोखा मालक ਅਤੇ ਉਹਨਾਂ ਦੇ ਪਰਿਵਾਰ ਵੱਲੋਂ ਭੁੱਖ ਹੜਤਾਲ ਤੇ ਬੈਠ ਗਏ। ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਵਿੱਚੋਂ ਇੱਕ ਬਜ਼ੁਰਗ ਅਤੇ ਔਰਤ ਨੇ ਖੋਖਿਆਂ ਦੇ ਬਾਹਰ ਰੱਸੀ ਨਾਲ ਸ਼ਰੇਆਮ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਭਾਰੀ ਮੁਸ਼ੱਕਤ ਕਰਦੇ ਬਚਾ ਲਿਆ। ਪ੍ਰਦਰਸ਼ਨ ਕਰਦਿਆਂ ਲੋਕਾਂ ਨੇ ਕਿਹਾ ਹੈ ਕਿ ਉਹ 40 ਸਾਲਾਂ ਤੋਂ ਇੱਥੇ ਖੋਖਿਆਂ ਵਿੱਚ ਕੰਮਕਾਜ ਕਰ ਰਹੇ ਹਨ। ਹੁਣ ਨਗਰ ਕੌਸ਼ਲ ਅਧਿਕਾਰੀ, ਕੌਸ਼ਲ ਪ੍ਰਧਾਨ ਅਤੇ ਕਾਂਗਰਸੀ ਆਗੂ ਉਹਨਾਂ ਨਾਲ ਧੱਕਾ ਕਰਦੇ ਜਬਰਨ ਉਹਨਾਂ ਦੇ ਖੋਖੇ ਚੁੱਕਣ ਦੀ ਧਮਕੀ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਖੋਖੇ ਚੁੱਕਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਮੌਕੇ ਤੇ ਭਾਰੀ ਪੁਲਿਸ ਤੈਨਾਤ ਹੈ। ਹੁਣ ਕਮੇਟੀ ਦੀ ਆੜ 'ਚ, ਪ੍ਰਧਾਨਗੀ ਦੀ ਆੜ 'ਚ ਸਾਨੂੰ ਚੱਕਣ ਨੂੰ ਫਿਰ ਰਹੇ ਆ, ਇੱਥੇ ਆਪਣੇ ਸ਼ੋਰੂਮ ਪਾਉਣ ਨੂੰ ਫਿਰ ਰਹੇ ਆ, ਨਜਾਇਜ਼ ਕਬਜ਼ੇ ਕਰਨ ਨੂੰ ਫਿਰ ਰਹੇ ਆ। ਤੁਸੀਂ ਉਹਨੇ ਰੱਸੀਆਂ ਕਿਉਂ ਲਟਕਾਈਆਂ? ਇਹ ਰੱਸੀਆਂ ਅਸੀਂ ਘਰੇ ਨਹੀਂ ਜਾਵਾਂਗੇ, ਉੱਠਾਂਗੇ ਨਹੀਂ, ਅਸੀਂ ਇੱਥੇ ਹੀ ਮਰਾਂਗੇ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ, ਗੁੰਡਾਗਰਦੀ ਹੋ ਰਹੀ ਹੈ। ਤੁਸੀਂ ਇਸ ਚੀਜ਼ ਨੂੰ ਇਹ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ, ਕੌਣ ਜ਼ਿੰਮੇਵਾਰ ਹੈ ਇਹਦਾ? ਇਹਨਾਂ ਦਾ ਜ਼ਿੰਮੇਵਾਰ ਮਿਊਨਿਸਪਲ ਕਮੇਟੀ ਹੈ, ਰੈਡੀ ਹੈ, ਰਣਜੀਤ ਸਿੰਘ ਰੈਡੀ ਹੈ, ਸਰਦਾਰ ਦਪਿੰਦਰ ਸਿੰਘ ਢਿੱਲੋਂ ਹੈ। ਤੁਹਾਡੇ ਇੱਥੇ ਕਿਹਾ ਹੈਗਾ? ਸਾਡੇ ਇੱਥੇ ਖੋਖੇ ਹੈ ਜੀ, 40 ਸਾਲ ਹੋ ਗਏ ਜੀ ਅਸੀਂ ਇੱਥੇ ਬੈਠੇ ਆ। 40 ਸਾਲ ਹੋ ਗਏ ਤਾਂ ਸਾਨੂੰ 4 ਦਿਨਾਂ 'ਚ ਰੈਡੀ ਪ੍ਰਧਾਨ ਕਹਿੰਦਾ ਤੁਸੀਂ ਚੱਕ ਲਓ ਇੱਥੋਂ। ਅਸੀਂ ਪੁੱਛਿਆ ਵੀ ਕਿਉਂ ਚੱਕੀਏ, ਕਹਿੰਦਾ ਵੀ ਤੁਸੀਂ ਇੱਥੇ ਨਾ ਸ਼ੋਅ ਖਰਾਬ ਹੁੰਦੀ ਹੈ ਬੱਸ ਸਟੈਂਡ ਦੀ, ਕਹਿਣ ਲੱਗਾ ਪਹਿਲੇ। ਫਿਰ ਕਹਿੰਦਾ ਵਿੱਚੋਂ ਸੂਤਰਾਂ ਤੋਂ ਖਬਰ ਆਈ ਵੀ ਇਹਨਾਂ ਨੇ ਆਪਣੇ ਸ਼ੋਰੂਮ ਕੱਟਣੇ ਇੱਥੇ। ਚਲੋ ਵੀ ਅਸੀਂ ਕੋਰਟ 'ਚ ਕੇਸ ਪਾਤਾ ਜੀ। ਹੁਣ ਮੇਰੇ ਬੱਚੇ ਦਿਲ ਦੇ 40 ਸਾਲ ਹੋ ਗਏ ਕਰਦੇ ਨੂੰ ਗਰੀਬ ਮਾਰ ਹੋ ਰਹੀ ਹੈ, ਸਾਡੇ ਨਾਲ ਹੋ ਰਹੀ ਮੇਰੇ ਘਰ ਰਾਣ ਬੰਦੇ ਨਾਲ ਹੋਈ ਆਪਣੇ ਸਲੀਕ ਤੋਂ ਕਰਦੇ ਹੋਏ ਦੱਸੋ ਕਿਆ ਗਰੀਬ ਮਾਰ ਹੋ ਗਈ। ਤਿਲ ਦੇ ਬੱਚੇ ਨੂੰ ਇਸ ਤਰ੍ਹਾਂ ਥੋੜੀ ਕਰਦੇ ਗਰੀਬ ਮਾਰ ਸਾਡੇ 40 ਸਾਲ ਹੋ ਗਏ ਸਾਨੂੰ ਬੈਠਿਆਂ ਨੂੰ ਯਹਾਂ, ਸਾਡੇ ਕੋਲ ਕੋਈ ਨੋਟਿਸ ਨਹੀਂ, ਕੋਈ ਕੁਛ ਨਹੀਂ। ਇਸ ਤਰ੍ਹਾਂ ਥੋੜੀ ਗਰੀਬ ਮਾਰ ਕਰੇਗਾ। ਕਿੰਨਾ ਸਾਲ ਹੋ ਗਏ ਸਾਨੂੰ यहाँ ਵੋਟਾਂ ਪਾਉਂਦਿਆਂ ਨੂੰ। ਕਹਿੰਦਾ ਉੱਥੇ ਚਲੇ ਜਾਓ, ਮੈਂ ਕਿਹਾ ਸਾਨੂੰ ਲਿਖਿਆ ਜਦੋਂ ਜੇ ਅਸੀਂ ਚਲੇ ਜਾਵਾਂਗੇ ਤੁਹਾਨੂੰ। ਕਹਿੰਦਾ ਮੇਰੇ ਕਿਹੜਾ ਬਾਪ ਦੀ ਆ। ਫਿਰ ਮੈਂ ਕਿਹਾ ਇਹ ਕਿਹੜਾ ਤੇਰਾ ਬਾਪ ਦੀ ਜਿਹੜਾ ਤੂੰ ਸਾਨੂੰ ਚੁੱਕ ਲੇਗਾ ਇੱਥੋਂ। ਸਾਨੂੰ ਗੋਪੀ ਧਮਕੀ ਦੇ ਰਹੇ ਜੀ। ਇਹ ਜੀ ਪ੍ਰਧਾਨ ਬਣ ਕੇ ਇਹਨਾਂ ਦੀ ਇਹ ਲੀਡਰ ਹੈ ਜੀ, ਜਿਹੜੇ
प्रॉपर्टी डीलर है सारा गुंडागर्दी कर रहे जी रोज आते ਇਹ ਸਾਰੇ ਡਿਪਟੀ ਪ੍ਰਧਾਨ ਸਾਰੇ ਭੇਜ ਰਹੇ ਆ ਜੀ ਜਿੰਨੇ ਵੀ ਪ੍ਰਧਾਨ ਅੰਦਰ ਦੇ ਲੀਡਰਸ਼ਿਪ ਹੈ ਇਹ ਸਾਰੇ ਆਏ ਹੋਏ ਆ ਜੀ ਇੱਥੇ ਸਾਨੂੰ ਇੱਥੇ ਆ ਕੇ ਸਾਨੂੰ ਧਮਕੀਆਂ ਦੇ ਰਹੇ ਆ ਸਾਨੂੰ ਜਾਨਾਂ ਤੋਂ ਮੰਗ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਸਾਨ ਮਹਾਪੰਚਾਇਤ ਤੇ ਕਿਹਾ ਕਿਸਾਨਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਸਾਨ ਮਹਾਪੰਚਾਇਤ ਅਤੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕਰਨਾਲ ਵਿੱਚ ਕਿਸਾਨਾਂ ਨਾਲ ਜੋ ਵੀ ਹੋਇਆ ਉਹ ਉਸ ਘਟਨਾ ਉੱਤੇ ਬਹੁਤ ਗੁੱਸੇ ਵਿੱਚ ਸੀ। ਉਹਨਾਂ ਕਿਹਾ ਹੈ ਕਿ ਸਰਕਾਰ ਨੂੰ ਜ਼ੋਰ ਪਾਉਣਾ ਬੰਦ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਕਰਨਾਲ ਮਹਾਪੰਚਾਇਤ ਬਾਰੇ ਉਹਨਾਂ ਕਿਹਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਨਾਲ ਗੱਲ ਕਰਦੀ ਹੈ, ਜੇ ਉਹ ਉਹਨਾਂ ਦੀਆਂ ਮੰਗਾਂ ਸੁਣਦੀ ਹੈ ਤਾਂ ਇੰਟਰਨੈਟ ਨੂੰ ਬੰਦ ਨਾ ਕਰਨਾ ਪੈਂਦਾ। ਸਾਬਕਾ ਮੁੱਖ ਮੰਤਰੀ ਹੁੱਡਾ ਨੇ ਕਿਹਾ ਹੈ ਕਿ ਇਹ ਕਿਸਾਨਾਂ ਦੀ ਲੜਾਈ ਹੈ, ਸਿਆਸੀ ਲੜਾਈ ਨਹੀਂ। ਕਾਂਗਰਸ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ। ਕਿਸਾਨਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ। ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਦਾ ਹੱਲ ਕੱਢਣਾ ਚਾਹੀਦਾ है। ये नहीं करना चाहिए, उनसे बात करके इस बात का बातचीत करके समाधान निकालना चाहिए। आफ्टर ऑल उनकी फीलिंग हर्ट हुई है तो ये यूँ जिद्दबाजी काम थोड़ा चलेगा। पॉलिटिकली मोटिवेटेड नहीं है। उनका जो आंदोलन चल रहा है वो किसान यूनियन, किसान नेता, किसान संगठन चला रहे हैं। कोई भी राजनीतिक दल उसका नेतृत्व नहीं कर रहा है। उनकी मांग के हक में है, सारी राजनीतिक दल हैं, कांग्रेस भी है, हम भी हो, क्योंकि जो नए कानून बने हैं उनमें किसान मांग रहा एमएसपी गारंटी। क्योंकि आज एमएसपी में हरियाणा में आप जाके देखो, मंडियों में जाके देखो, अब यहाँ तो दिल्ली में बैठे बात कर रहे हो, वहाँ एमएसपी भी नहीं मिल रही, तो किसान को तकलीफ है। जो लागत बढ़ रही है, आमदनी घट रही है। तो अगर किसान को संतुष्ट किया जाए तो अब केंद्र सरकार से भी यही मैंने कहा भाई अब जो है तुरंत जो है वार्तालाप शुरू करे किसानों से। अब ये विचारों से तो भाई समाधान तो ये निकलता है, आदान प्रदान और फिर समाधान जब तो निकलेगा। यही होगा कानून व्यवस्था के जब अपना बचाव के सरकार चक्कर में बात उसकी जरूरत ही नहीं इंटरनेट बंद करने की। अगर बातचीत से इसका हल निकल सकता है, अब भी है, अब भी समय है बातचीत से हल निकालें। जो है सरकार को हटदर्मी नहीं करनी चाहिए। जो इश्यूज लेके गए हैं क्योंकि लाठीचार्ज हुआ वहाँ पर करनाल में शांतिप्रिय ढंग से प्रदर्शन कर रहे थे, सबका अधिकार है, वहाँ लाठीचार्ज किया, कहीं वो चोट लगी। और उसके बाद एक ऑफिसर का वायरल हुआ जो उस जहाँ लाठीचार्ज उससे 15 किलोमीटर दूर गया है, सिर फाड़ दो। तो इसी वास्ते जब पहले दिन ये इंसिडेंट हुआ हमने कहा था, मैंने कहा था कि ये कई सवालिया निशान खड़े हो गए हैं क्योंकि कमांड वो क्या ड्यूटी मजिस्ट्रेट है। ड्यूटी मजिस्ट्रेट तो 15 किलोमीटर दूर था। ड्यूटी मजिस्ट्रेट कभी कमांड नहीं कर सकता है। कमांड मैं देखा वायरल जो पुलिस की ड्रेस पहने खड़े थे उनको कमांड पुलिस का अफसर ही कर सकता है, चाहे थानेदार हो, डीएसपी हो, एसपी हो। अब मान लो मैं चीफ मिनिस्टर रहा हूँ 10 साल, मैं सीधा कमांड नहीं दे सकता। मैं अगर कोई मेरे को करना तो डीजीपी को बात करूंगा, मैं डीजीपी को बुला के बात करूंगा। ड्यूटी मजिस्ट्रेट का काम ये होता है कि कोई परिस्थिति अगर बाहर हो जाए, काबू से बाहर हो जाए, तो उस टाइम पुलिस जो है वो इजाजत मांगती है लाठीचार्ज की या फायरिंग की। उस टाइम वो विचार करके वो देता है फायरिंग का वो है नहीं है, वो काम है। कमांड देना नहीं, कमांड नहीं दे सकता। तो इस वास्ते सवालिया निशान है। मैंने इसी वास्ते कहा था पहले दिन कि भाई जुडिशियल इंक्वायरी हाई कोर्ट के सिटिंग के जज द्वारा या रिटायर्ड जज के द्वारा की। ਜਲੰਧਰ ਦੇ ਸੁੱਚੀ ਪਿੰਡ 'ਚ ਲੁਟੇਰੇ ਪਿਸਤੌਲ ਦੀ ਨੋਕ ਤੇ ਫੈਕਟਰੀ ਮਾਲਕ ਤੋਂ 40,000 ਲੁੱਟ ਕੇ ਹੋਏ ਫਰਾਰ। ਜਲੰਧਰ ਦੇ ਸੁੱਚੀ ਪਿੰਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਕਰੀਬ ਅੱਧਾ ਦਰਜਨ ਲੁਟੇਰੇ ਪਿਸਤੌਲ ਦੇ ਜ਼ੋਰ ਤੇ ਫੈਕਟਰੀ ਮਾਲਕ ਤੋਂ 40,000 ਦੀ ਨਕਦੀ ਲੈ ਕੇ ਭੱਜ ਗਏ। ਜਾਣਕਾਰੀ ਦਿੰਦਿਆਂ ਵਰਧਮਾਨ ਸਟੀਲ ਵਰਕਰ ਦੇ ਮਾਲਕ ਦੀਪਕ ਨੇ ਦੱਸਿਆ ਕਿ ਉਹ ਸ਼ਾਮ ਫੈਕਟਰੀ ਦੇ ਬਾਹਰ ਫੋਨ ਤੇ ਗੱਲ ਕਰ ਰਿਹਾ ਸੀ ਕਿ ਅਚਾਨਕ 3 ਨੌਜਵਾਨ ਉਸ ਦੇ ਕੋਲ ਆਏ, ਜਿਨ੍ਹਾਂ ਵਿੱਚੋਂ ਇੱਕ ਨੇ ਉਸ ਦੇ ਸਿਰ ਤੇ ਰਿਵਾਲਵਰ ਰੱਖ ਕੇ ਉਸ ਤੋਂ ਪੈਸੇ ਮੰਗੇ। ਜਦੋਂ ਉਹ ਪੈਸੇ ਦੇਣ ਲਈ ਰਾਜੀ ਹੋ ਗਿਆ ਤਾਂ ਉਸਨੇ ਇੱਕ ਹਵਾ ਵਿੱਚ ਫਾਇਰ ਕੀਤਾ, ਜਿਸ ਦੇ ਬਾਅਦ ਦੀਪਕ ਡਰ ਗਿਆ ਤੇ ਫੈਕਟਰੀ ਦੇ ਅੰਦਰ ਪਏ ਲੁਟੇਰਿਆਂ ਨੂੰ ਕਰੀਬ 40,000 ਰੁਪਏ ਦੇ ਦਿੱਤੇ। ਇਸ ਦੇ ਨਾਲ ਹੀ ਲੁਟੇਰਿਆਂ ਕੋਲ ਰਿਵਾਲਵਰ ਤੋਂ ਇਲਾਵਾ ਹੋਰ ਵੀ ਕਈ ਹਥਿਆਰ ਸਨ। ਦੀਪਕ ਨੇ ਵੀ ਦੱਸਿਆ
ਕਿ ਕੁੱਲ 6 ਨੌਜਵਾਨ 2 ਮੋਟਰਸਾਈਕਲ ਤੇ ਆਏ ਸਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਹੁਣ ਕਿਸਾਨਾਂ ਦੇ ਸਮਰਥਨ ਲਈ ਕਰਨਾਲ ਪਹੁੰਚੀ ਖਾਲਸਾ ਏਡ ਟੀਮ, ਕੀਤਾ ਭੋਜਨ ਤੇ ਪਾਣੀ ਦਾ ਪ੍ਰਬੰਧ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਾਡੇ ਕਿਸਾਨ ਅਤੇ ਜਵਾਨ ਕਰਨਾਲ ਧਰਨੇ ਵਿੱਚ ਇਕੱਠੇ ਬੈਠੇ ਹਨ। ਬੀਤੀ ਰਾਤ ਕਰਨਾਲ ਧਰਨੇ ਵਿੱਚ ਪਾਣੀ ਅਤੇ ਭੋਜਨ ਦੀ ਸੇਵਾ ਖਾਲਸਾ ਏਡ ਵੱਲੋਂ ਕੀਤੀ ਗਈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਏਡ ਨੇ ਕਿਸਾਨਾਂ ਦੇ ਸਮਰਥਨ ਵਿੱਚ ਅੱਗੇ ਰਹੀ ਹੈ ਤੇ ਕਿਸਾਨਾਂ ਦਾ ਸਹਿਯੋਗ ਕਰ ਰਹੀ ਹੈ। ਕਰਨਾਲ ਵਿੱਚ ਪਾਣੀ ਤੇ ਭੋਜਨ ਦੇ ਪ੍ਰਬੰਧ ਕਰਨ ਲਈ ਕਿਸਾਨਾਂ ਨੇ ਖਾਲਸਾ ਏਡ ਦਾ ਦਿਲੋਂ ਧੰਨਵਾਦ ਕੀਤਾ ਹੈ। ਦੇਖੋ ਲਾਈਵ ਤਸਵੀਰਾਂ। जीतेंगे तो नारे लगाऊंगा, जिसके एक और एक थालियों की गजोल में तो नहीं खाइए। इनकलाब जिंदाबाद, कट्टर दुष्यंत मुर्दाबाद, अरे लड़ेंगे लड़ेंगे। कर दिया अदानी अडानी का घर कर दिया। इस प्रदेश का देश का बड़े किसान मजदूर की तरफ देख लो, परंतु उसकी तरफ देखने की बजाय हर रोज साजिशें रची गई, और ऐसी साजिशें जिससे इस देश के लोगों का, प्रदेश के लोगों का भाईचारा खत्म हो। आज भी साजिश रची गई, लोगों को मारने की साजिश रची, खट्टर ने दुष्यंत चौटाला ने साजिश रची, इसलिए
हमारी घोषणा थी कि हम इकट्ठे होंगे घरौंडा पंचायत के अंदर। करनाल महापंचायत 'ਚ ਪੁਲਿਸ ਨੇ ਰਕੇਸ਼ ਟਕੈਤ ਸਣੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲਿਆ। ਕਰਨਾਲ ਵਿੱਚ ਟਕਰਾਅ ਵਾਲੇ ਹਾਲਾਤ ਬਣ ਗਏ ਹਨ। ਪੁਲਿਸ ਵੱਲੋਂ ਕਿਸਾਨ ਆਗੂ ਰਕੇਸ਼ ਟਕੈਤ ਸਣੇ ਕੁਝ ਹੋਰ ਆਗੂਆਂ ਨੂੰ ਹਿਰਾਸਤ 'ਚ ਲੈਣ ਦੀ ਖਬਰ ਆਈ ਹੈ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਹਨਾਂ ਨੇ ਕੁਝ ਦੇਰ ਬਾਅਦ ਇੱਕ ਹੋਰ ਟਵੀਟ ਕਰਕੇ ਦੱਸਿਆ ਹੈ ਕਿ ਪੁਲਿਸ ਨੇ ਕਿਸਾਨਾਂ ਦੇ ਦਬਾਅ ਅੱਗੇ ਝੁਕਦੇ ਹੋਏ ਕੁਝ ਦੂਰੀ ਉੱਤੇ ਲਿਜਾ ਕੇ ਉਹਨਾਂ ਨੂੰ ਛੱਡ ਦਿੱਤਾ ਤੇ ਹੁਣ ਉਹ ਕਿਸਾਨਾਂ ਨਾਲ ਅੱਗੇ ਵਧ ਰਹੇ ਹਨ। ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ। ਕਿਸਾਨਾਂ ਦਾ ਕਰਨਾਲ ਸਕੱਤਰੇਤ ਨੂੰ ਘੇਰਾ, ਅੱਜ ਮੁੜ ਮੀਟਿੰਗ ਦੀ ਸੰਭਾਵਨਾ। ਕਰਨਾਲ ਲਾਠੀਚਾਰਜ ਦੇ ਮਾਮਲੇ ਉੱਪਰ ਹਰਿਆਣਾ ਸਰਕਾਰ ਕਸੂਤੀ ਘਿਰਦੀ ਜਾ ਰਹੀ ਹੈ। ਕਰਨਾਲ 'ਚ ਮਿੰਨੀ ਸਕੱਤਰੇਤ ਬਾਹਰ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਬਸਤਾੜਾ ਟੋਲ ਪਲਾਜ਼ਾ ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਧਰਨੇ ਤੇ ਬੈਠੇ ਹੋਏ ਹਨ। ਟਕਰਾਅ ਵਾਲੀ ਸਥਿਤੀ ਨੂੰ ਖਤਮ ਕਰਵਾਉਣ ਲਈ ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਬੁੱਧਵਾਰ ਨੂੰ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਹੈ। ਮੰਗਲਵਾਰ ਸਵੇਰ ਤੋਂ ਹੀ ਕਰਨਾਲ 'ਚ ਕਿਸਾਨਾਂ ਦਾ ਹੜ੍ਹ ਆ ਗਿਆ ਸੀ। ਬੈਰੀਕੇਡ ਤੋੜਦੇ ਹੋਏ ਪਾਣੀ ਦੀਆਂ ਬੁਛਾੜਾਂ ਝੱਲਦੇ ਹੋਏ ਕਿਸਾਨ ਦੇਰ ਸ਼ਾਮ ਮਿੰਨੀ ਸਕੱਤਰੇਤ ਪਹੁੰਚ ਗਏ ਸਨ। ਕਿਸਾਨਾਂ ਦੇ ਸਕੱਤਰੇਤ ਦੇ ਬਾਹਰ ਟੈਂਟ ਗੱਡ ਦਿੱਤੇ ਹਨ ਤੇ ਮੰਗਾਂ ਪੂਰੀਆਂ ਨਾ ਹੋਣ ਤੱਕ ਇੱਥੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਬੀਤੀ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ਤੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੇ ਵਿਰੋਧ 'ਚ ਕਿਸਾਨਾਂ ਨੇ 7 ਸਤੰਬਰ ਨੂੰ ਕਰਨਾਲ ਅਨਾਜ ਮੰਡੀ 'ਚ ਮਹਾਪੰਚਾਇਤ ਕੀਤੀ, ਕਿਉਂਕਿ ਪੁਲਿਸ ਲਾਠੀਚਾਰਜ 'ਚ ਜ਼ਖਮੀ ਹੋਏ ਕਰਨਾਲ ਦੇ ਰਾਏਪੁਰ ਜਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਲਜ ਦੀ ਮੌਤ ਹੋ ਗਈ ਸੀ। ਰਕੇਸ਼ ਟਕੈਤ ਤੋਂ ਜਾਣੋ ਕਿੰਨਾ ਲੰਬਾ ਚੱਲੇਗਾ ਇਹ ਅੰਦੋਲਨ, ਸੁਣੋ ਧਮਾਕੇਦਾਰ ਸਪੀਚ।
आप पानी की सेवा करी है, उन सबका यहाँ पर धन्यवाद है। जो बाहर से प्रेस के मीडिया के लोग आए, उनका भी यहाँ पर धन्यवाद है। देखो मुद्दा क्या है कि पिछले 9 महीने हुए, 9 महीने से जो आंदोलन देश की राजधानी में कई लाख आदमी दिल्ली को घेर के बैठे हुए हैं। भारत सरकार ने 22 जनवरी से बातचीत को बंद कर दिया गया है। आंदोलनरत में जो हमारे शहीद किसान हुए करीब 650 से ज्यादा, हमारे जितने भी बॉर्डर हैं, क्या कर रहे हैं हमारे में शहीद क्या कर रहा है? आपको गिर जाएगा यहाँ सारे। प्रधानमंत्री भारत सरकार ने एक भी जवाब ये नहीं दिया कि हम 1 मिनट का मौन धारण करेंगे। ये समझना पड़ेगा आप लोगों को, ये समझना पड़ेगा आप लोगों को कि जिस तरह से यहाँ पे देश की प्रॉपर्टियां बेची जा रही है, ये लोग कौन है जो देश के संस्थाओं को बेच रहे हैं? हेलो भैया, इन लोगों की पहचान करनी पड़ेगी। देश में बड़े बड़े आंदोलन चलाने पड़ेंगे। आज से जो संयुक्त मोर्चा ने फैसले लिए हैं, उसके तहत हमको बड़ी बड़ी मीटिंगें पूरे देश भर में करनी पड़ेगी। अब ये मिशन खाली मिशन उत्तर प्रदेश और ये नहीं उत्तराखंड, मिशन होगा संयुक्त मोर्चे का देश बचाने का। ये देश बचेगा, ये संविधान बचेगा। आज लड़ाई उस मुकाम पर आ गई कि देश के जो नौजवान हैं, जो 14 करोड़ लोग जो बेरोजगार हमारे साथी, हमारे बच्चे हुए हैं, ये आंदोलन के कंधों पे है। जिस तरह से एक चीज बेची जा रही है, 3 कानून भी उसी का ये हिस्सा है। पहला है कि यहाँ पे रेल और हवाई जहाज और हवाई अड्डे बेचे जाएंगे। किसने परमिशन दी? किसकी ताकत है कि देश की प्रॉपर्टियों को बेचोगे? आपने घोषणा पत्र में नहीं लिखा, देश की जनता को धोखा दिया। धोखा नंबर 1 ये है LIC, जो बड़ी कंपनी देश की, बैंक, ये सब बिखरे हैं। इनके खरीदार कोई और नहीं है, खरीदार अडानी और अंबानी है। ये बिखरे हैं सब। FCI की जमीन जहां पे हमारा भंडारण होता था, वे पूरी जमीन, पूरे गोदाम अडानी को दे दिए गए हैं। पूरी FCI के जो गोदाम है अडानी के कब्जे में है। आपके पास में, भारत सरकार के पास में कोई भी गोदाम अब नहीं बचा है। देश के बंदरगाह, पूरा जो समुद्र के तट थे 100 किलोमीटर तक एक कंपनी को बेच दिए। वे बंदरगाह भी बिके। ये भी आपको जानकारी होनी चाहिए। वहां पे जो मछली पालन किसान हमारा था, जो नमक का किसान हमारा था, सब खत्म हो गए। बड़े बड़े बंदरगाह वहां पे बिक चुके हैं। ये जल को बेच रहे हैं। जल का पूर्ण रूप से प्राइवेट कंपनियों को नदियां बेची जा रही है। जो नदियां, जो जल हमारी जीवन रेखा होती थी, उनको बेचने का काम पूरे देश में करा जा रहा है। ये इंडिया ऑनलाइन सेल, मतलब कोई भी कीमत किसी भी चीज की लगा सकता है। भारत बिकाऊ है, ये भारत सरकार की पॉलिसी है। अब खतरे में कौन कौन है? ONGC, BPCL, इस्पात, शिक्षा, प्राइवेट, जो चिकित्सा हो रही है, और देश के संविधान भी खतरे में है। जो बाबा भीमराव अंबेडकर का संविधान था, वो भीड़ में बता जा रहा है। हम उसको भी बता रहे हैं कि बाबा भीमराव अंबेडकर का संविधान भी खतरे में है, उसको भी बचाना है। और ये खेती किसानी जिससे ये आंदोलन शुरू हुआ, ये खेती और किसानी भी बिक्री के कगार पे है। हमारी समझ में जब आया, जब देश की खेती बिकने के कगार पाई, जब ही आंदोलन शुरू हुआ। उसके 3 कानून 9 महीने से किसान आंदोलन है, वो करने को तैयार नहीं है।
आज हालात ये है कि आपका 10 साल पुराना वे आगे के 10 साल पुराना ट्रैक्टर नहीं चलेगा, वो भी इसी में आता है। आपको बैंक में कर्जा आप दुगना ले लो, आपको बैंक दुगना कर्जा दे देगा। आपको बैंक कहेगा कि गोल्डन कार्ड बना दिया, आप कर्जा ले लो, फसलों के भाव नहीं आपको देंगे। हम जो जमीन पाए हैं, ये जमीन उत्तर प्रदेश की जमीन, और जहां पे मुजफ्फरनगर का जो क्षेत्र है, ये गन्ने की बेल्ट है पूरी। क्या इन लोगों ने ये नहीं कहा कि जब अगर हमारी सरकार आएगी तो हम 450 रुपए गन्ने का भाव देंगे? ਪੰਜਾਬ ਪੁਲਿਸ ਦੇ 17 ਅਪਰਾਧਿਕ ਮਾਮਲਿਆਂ ਵਿੱਚ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ। ਪੰਜਾਬ ਪੁਲਿਸ ਨੇ ਅੱਜ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਸੁਨਾਮ ਇਲਾਕੇ ਤੋਂ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਹਥਿਆਰ, ਗੋਲਾ ਬਾਰੂਦ ਅਤੇ ਚੋਰੀ ਹੋਈ ਕਾਰ ਬਰਾਮਦ ਕੀਤੀ ਗਈ। ਸੰਗਰੂਰ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਸਵਪਰ ਸ਼ਰਮਾ ਨੇ ਦੱਸਿਆ ਕਿ ਬੱਬੀ ਸੰਗਰੂਰ ਜੇਲ੍ਹ ਵਿੱਚ ਬੰਦ ਅਜਾਇਬ ਖਾਨ ਗੈਂਗ ਦੇ ਮੈਂਬਰਾਂ ਦੇ ਸੰਪਰਕ ਵਿੱਚ ਸੀ। ਉਹਨਾਂ ਦੇ ਨਾਲ ਮਿਲ ਕੇ ਉਸਨੇ ਵਿਰੋਧੀ ਗੈਂਗਸਟਰ ਮਣੀ ਸ਼ੇਰੋ ਅਤੇ ਫਤਿਹ ਨਾਗਰੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਜਿੱਥੇ ਪੰਜਾਬ ਅਤੇ ਹਰਿਆਣਾ ਵਿੱਚ ਸ਼ੇਰੋ ਦੇ ਵਿਰੁੱਧ ਘਿਨੌਣੇ ਅਪਰਾਧ ਮਾਮਲੇ ਦਰਜ ਹਨ, ਉੱਥੇ ਹੀ ਨਾਗਰੀ ਦੇ ਵਿਰੁੱਧ ਵੀ ਲਗਭਗ 25 ਅਪਰਾਧਿਕ ਮਾਮਲੇ ਚੱਲ ਰਹੇ ਹਨ। ਐਸਐਸਪੀ ਨੇ ਦੱਸਿਆ ਕਿ ਸੀਆਈਏ ਸੰਗਰੂਰ ਦੀ ਟੀਮ ਨੇ ਸੂਹ ਮਿਲਣ ਤੇ ਅੱਜ ਸਵੇਰੇ ਸੁਨਾਮ ਇਲਾਕੇ ਵਿੱਚ ਮੁਲਜ਼ਮਾਂ ਦਾ ਪਿੱਛਾ ਕੀਤਾ। ਬੱਬੀ ਚੋਰੀ ਹੋਈ ਕਾਰ ਵਿੱਚ ਜਾ ਰਿਹਾ ਸੀ। ਗੈਂਗਸਟਰ ਨੇ ਪਹਿਲਾਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੋਗੇ ਵਿੱਚ ਆਮ ਆਦਮੀ ਪਾਰਟੀ ਨੇ ਬਿਜਲੀ ਸਮਝੌਤੇ ਨੂੰ ਲੈ ਕੇ ਬੱਸ ਅੱਡੇ ਦੇ ਸਾਹਮਣੇ ਲਾਇਆ ਧਰਨਾ। ਪੰਜਾਬ ਦੇ ਮੋਗਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਨੇ ਬੱਸ ਅੱਡੇ ਦੇ ਸਾਹਮਣੇ ਮੇਨ ਚੌਂਕ ਵਿੱਚ ਧਰਨਾ ਲਾ ਦਿੱਤਾ। ਇਹ ਵਿਰੋਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਸਮਝੌਤੇ ਬਾਰੇ ਸੀ। ਪੰਜਾਬ ਸਰਕਾਰ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ। ਪ੍ਰਦਰਸ਼ਨ ਦਾ ਮੁੱਖ ਮੁੱਦਾ ਇਹ ਸੀ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਿਜਲੀ ਸਮਝੌਤੇ ਨੂੰ ਰੱਦ ਕਰਨ ਦੇ ਵਾਅਦੇ ਕੀਤੇ ਸਨ। ਪੰਜਾਬ ਸਰਕਾਰ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ ਅਤੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਪੰਜਾਬ ਵਿੱਚ ਬਿਜਲੀ ਦਾ ਬਿੱਲ ਆਮ ਲੋਕਾਂ ਲਈ ਇੱਕ ਮੁੱਦਾ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਵੱਲੋਂ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਬਿਜਲੀ ਸਮਝੌਤੇ ਰੱਦ ਕਰਨੇ ਚਾਹੀਦੇ ਹਨ ਤਾਂ ਜੋ ਹਰ ਵਿਅਕਤੀ ਦੀ ਜੇਬ ਤੇ ਭਾਰੀ ਬਿਜਲੀ ਦਾ ਬਿੱਲ ਘਟਾਇਆ ਜਾ ਸਕੇ। ਜਦੋਂ ਆਮ ਆਦਮੀ ਪਾਰਟੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਸੱਤਾ ਵਿੱਚ ਆਵੇਗੀ ਤਾਂ ਸਭ ਤੋਂ ਪਹਿਲਾਂ ਬਿਜਲੀ ਦੇ ਜੋ ਸਮਝੌਤੇ ਕੀਤੇ ਗਏ ਹਨ ਉਹਨਾਂ ਨੂੰ ਰੱਦ ਕਰੇਗੀ। ਸਰ, ਇਹ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟਸ ਨੂੰ ਲੈ ਕੇ ਕੈਪਟਨ ਸਾਹਿਬ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਉਹ ਪੰਜਾਬ ਜਿਹੜੇ ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਐਗਰੀਮੈਂਟ ਕੀਤੇ ਹੋਏ ਆ ਉਹਨਾਂ ਨੂੰ ਰੱਦ ਕਰਨਗੇ ਤੇ ਪੰਜਾਬ ਨੂੰ ਮਤਲਬ ਸਸਤੇ ਦਰਾਂ ਤੇ ਬਿਜਲੀ ਦਿੱਤੀ ਜਾਏਗੀ। ਬਟ ਉਹ ਹੁਣ ਫਿਰ ਆਪਣੇ ਬਿਆਨਬਾਜ਼ੀ ਤੋਂ ਮੁੱਕਰ ਗਏ ਆ ਤੇ ਉਹਨਾਂ ਨੇ ਉਹ ਐਗਰੀਮੈਂਟ ਰੱਦ ਕਰਨ ਤੋਂ ਮਨਾ ਕਰ ਦਿੱਤਾ ਗਿਆ। ਇਸ ਕਰਕੇ ਸਾਡੀ ਆਮ ਆਦਮੀ ਪਾਰਟੀ ਨੇ ਅੱਜ ਅਸੀਂ ਥਾਂ ਤੇ ਹਰ ਜ਼ਿਲ੍ਹੇ ਦੇ ਵਿੱਚ ਕੈਪਟਨ ਸਾਹਿਬ ਦਾ ਪੁਤਲਾ ਫੂਕ ਰਹੇ ਹਾਂ ਤੇ ਕੈਪਟਨ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਕਿ ਕੈਪਟਨ ਸਾਹਿਬ ਪਲੀਜ਼ ਕਦੇ ਤਾਂ ਆਪਣੇ ਤੁਸੀਂ ਜ਼ੁਬਾਨ ਤੇ ਖਰੇ ਉਤਰੋ। ਕੈਪਟਨ ਸਾਹਿਬ ਨੇ ਅੱਜ ਤੱਕ ਜਿੰਨੇ ਵੀ ਪੰਜਾਬੀਆਂ ਨੂੰ ਵਾਅਦੇ ਕੀਤੇ ਆ ਸਾਰਿਆਂ ਤੇ ਉਹਨਾਂ ਕੰਮ ਉਤਰੇ ਆ, ਉਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇੱਕ ਲੇਡੀ ਹੋਣ ਦੇ ਨਾਤੇ ਸਾਨੂੰ ਪਤਾ ਲੇਡੀਜ਼ ਨੂੰ ਕਿ ਜਦੋਂ ਬਿਜਲੀ ਸਾਨੂੰ ਇੰਨੀ ਮਹਿੰਗੀ ਮਿਲਦੀ ਹੈ 10-20 ਹਜ਼ਾਰ ਰੁਪਇਆ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਉਹਨਾਂ ਨੂੰ ਘਰ ਚਲਾਉਣ ਲਈ ਇੱਕ ਆਮ ਔਰਤ ਨੂੰ ਕਿੰਨੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਸੋਈ ਗੈਸ ਮਹਿੰਗੀ ਹੋ ਚੁੱਕੀ ਹੈ, ਬਿਜਲੀ ਮਹਿੰਗੀ ਹੋ ਚੁੱਕੀ ਹੈ, ਮਹਿੰਗਾਈ ਨੇ ਆਮ ਲੋਕਾਂ ਦੇ ਲੱਕ ਤੋੜ ਦਿੱਤੇ ਆ। ਇਸ ਕਰਕੇ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਤੇ ਅਸੀਂ ਇੱਕ ਆਪਣੀ ਰੋਸ ਪ੍ਰਗਟ ਕਰ ਰਹੇ ਹਾਂ ਉਹਨਾਂ ਨੂੰ ਕਿ ਪਲੀਜ਼ ਕੈਪਟਨ ਸਾਹਿਬ ਜਿਹੜੇ ਆਪਣੇ ਵਾਅਦਿਆਂ ਤੇ ਖਰੇ ਉਤਰੋ ਤੇ ਪੰਜਾਬ ਦੀ ਜਨਤਾ ਦਾ ਕੁਛ ਤਾਂ ਸੋਚੋ ਉਹਨਾਂ ਦੇ ਬਾਰੇ। ਤੇ ਇੱਕ ਦੂਸਰੀ ਗੱਲ ਹੋਰ ਸਰ, ਜਿਹੜੇ ਪੰਜਾਬੀ ਨਿਊਜ਼ ਚੈਨਲ ਦੇ ਉੱਤੇ ਐਂਕਰ ਸੀਗੇ ਮੈਡਮ, ਉਹਨਾਂ ਨੂੰ ਬੀਜੇਪੀ ਦੇ ਗਰੇਵਾਲ ਸਾਹਿਬ ਨੇ ਦੇਖੋ ਤੁਸੀਂ ਮਤਲਬ ਉਹ ਨੈਸ਼ਨਲ ਟੀਵੀ ਦੇ ਉੱਤੇ ਉਹਨਾਂ ਨੂੰ ਕਿੱਡੀ ਮੰਦਭਾਗੀ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕੀ ਯਕੀਨ ਹੈ ਕਿ ਤੁਸੀਂ ਆਪਣੇ ਫਾਦਰ ਦੀ ਬੇਟੀ ਹੋ, ਆਪਣੇ ਫਾਦਰ ਦੇ। ਇਹ ਕੀ ਇੱਕ ਮੰਤਰੀ, ਕੀ ਇੱਕ ਲੀਡਰ ਇਹੋ ਜਿਹੀ ਸ਼ਬਦਾਵਲੀ ਵਰਤਦੇ ਉਹ ਚੰਗੇ ਲੱਗਦੇ ਆ ਨੈਸ਼ਨਲ ਟੀਵੀ ਦੇ ਉੱਤੇ। ਇਹ ਬਹੁਤ ਇਹ ਚੀਜ਼ ਨੂੰ ਦਰਸਾਉਂਦਾ ਹੈ ਕਿ ਇਹ ਲੋਕਾਂ ਦੀ ਮਾਨਸਿਕ ਅਵਸਥਾ ਕਿੱਦਾਂ ਦੀ ਹੈ, ਇਹ ਕਿੱਦਾਂ ਦੀ ਇਹਨਾਂ ਦੀ ਸੋਚ ਹੈ, ਕਿੱਦਾਂ ਦੇ ਇਹੋ ਜਿਹੇ ਲੋਕਾਂ ਨੂੰ ਮੈਨੂੰ ਤਾਂ ਲੱਗਦਾ ਕਿ ਟੀਵੀ ਤੇ ਬਿਠਾਉਣ ਤੱਕ ਹੀ ਟੀਵੀ ਦੇ ਮੂਹਰੇ ਉਹਨਾਂ ਦੀ ਪਿਕਚਰ ਆਉਣ ਦੇ ਵੀ ਲਾਇਕ ਹੈ ਨਹੀਂਗੇ। ਤੇ ਪਲੀਜ਼ ਸਾਰੇ ਤੁਸੀਂ, ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਜਿਹੜੀ ਦਿਮਾਗੀ ਤੁਹਾਡਾ ਸੰਤੁਲਨ ਹੈ ਉਹਨੂੰ ਥੋੜ੍ਹਾ ਜਿਹਾ ਠੀਕ ਰੱਖੋ ਤੇ ਔਰਤਾਂ ਤੁਹਾਡੇ ਘਰੇ ਵੀ ਹੈਗੀਆਂ, ਮਾਵਾਂ ਭੈਣਾਂ, ਉਹਨਾਂ ਨਾਲ ਗੱਲ ਕਰਨ ਦੀ ਥੋੜ੍ਹੀ ਜਿਹੀ ਤਮੀਜ਼ ਸਿੱਖੋ ਤੁਸੀਂ। ਦੇਖੋ ਜੀ, ਜਿਹੜਾ ਇਹ ਧਰਨਾ ਵਾ ਇਹ ਆਮ ਆਦਮੀ ਪਾਰਟੀ ਵੱਲੋਂ
ਜੋ ਕਿ ਪਾਵਰ ਪਰਚੇਜ ਜਿਹੜੇ ਐਕਟ ਸੀਗਾ, ਜਿਹੜਾ ਪਾਵਰ ਪਰਚੇਜ ਐਗਰੀਮੈਂਟ ਸੀਗਾ, ਉਹਦੇ ਜਿਹੜਾ ਕੈਪਟਨ ਸਰਕਾਰ ਨੇ ਜਵਾਬ ਦਿੱਤਾ ਵੀ ਅਸੀਂ ਹੁਣ ਕੈਂਸਲ ਨਹੀਂ ਕਰ ਸਕਦੇ। ਉਸ ਦੇ ਵਿਰੋਧ ਵਿੱਚ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ, ਕਿਉਂਕਿ ਜਿਹੜੇ ਇਹ ਐਗਰੀਮੈਂਟ ਸੀਗੇ ਇਹ ਕੀਤੇ ਸੀਗੇ ਅਕਾਲੀ ਸਰਕਾਰ ਨੇ, ਤੇ ਉਦੋਂ ਬਾਅਦ ਜਦੋਂ ਇਹ ਕੈਪਟਨ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਕੈਪਟਨ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਸੱਤਾ ਵਿੱਚ ਆ ਕੇ ਤੇ ਇਹ ਐਗਰੀਮੈਂਟ ਜਿਹੜੇ ਕੈਂਸਲ ਕਰਾਂਗੇ। ਪਰ 4.5 ਸਾਲ ਬੀਤ ਜਾਣ ਦੇ ਬਾਅਦ ਉਹਨਾਂ ਨੇ ਪਹਿਲਾਂ ਤਾਂ ਲਾਰੇ ਲੱਪੇ 'ਚ ਰੱਖਿਆ, ਪਰ ਹੁਣ ਕੋਰਾ ਜਵਾਬ ਦੇਤਾ ਕਿ ਅਸੀਂ ਜਿਹੜੇ ਹੈਗੇ ਆ ਇਹ ਪਾਵਰ ਪਰਚੇਜ਼ ਐਗਰੀਮੈਂਟ ਹੈ ਕੈਂਸਲ ਨਹੀਂ ਕਰ ਸਕਦੇ। ਸੋ ਮੈਂ ਸਮਝਦਾ ਕਿ ਪੂਰਾ ਧੋਖਾ ਪੰਜਾਬ ਦੀ ਜਨਤਾ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ, ਕਿਉਂਕਿ ਇਹ ਜਿਹੜੇ ਐਗਰੀਮੈਂਟ ਆ ਇਹ ਮਹਿੰਗੇ ਹੀ ਇੰਨੇ ਹੋਏ ਆ ਕਿ ਜਿਹੜੇ ਅੱਜ ਬਿਜਲੀ ਦਾ ਰੇਟ ਆ 10 ਰੁਪਏ ਯੂਨਿਟ, ਜਿਹੜੇ ਹਰੇਕ ਗਰੀਬ ਵਰਗ ਦਾ ਜਿਹੜਾ ਪੈ ਰਿਹਾ 10 ਰੁਪਏ ਯੂਨਿਟ, ਇਹ ਸਭ ਇਸ ਚੀਜ਼ ਦੀ ਬਦੌਲਤ ਆ ਕਿ ਜਿਹੜੇ ਇਹ ਐਗਰੀਮੈਂਟ ਆ ਇਹ ਬੜੇ ਮਹਿੰਗੇ ਹੋਏ ਆ ਤੇ ਗਲਤ ਹੋਏ ਆ। ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਦੇ ਬਾਹਰ ਦੇਸੀ ਬੰਬਾਂ ਨਾਲ ਹੋਇਆ ਹਮਲਾ, NIA ਜਾਂਚ ਦੀ ਕੀਤੀ ਮੰਗ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਬੀਜੇਪੀ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਦੇ ਬਾਹਰ ਸੁਰੱਖਿਆ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਮੰਗਲਵਾਰ ਦੇਰ ਰਾਤ ਨੂੰ 3 ਦੇਸੀ ਬੰਬ ਸੁੱਟੇ ਗਏ। ਧਮਾਕੇ ਦੇ ਸਮੇਂ ਭਾਜਪਾ ਨੇਤਾ ਘਰ ਵਿੱਚ ਨਹੀਂ ਸੀ। ਘਟਨਾ ਦੇ ਸਮੇਂ ਉਹ ਦਿੱਲੀ ਵਿੱਚ ਗਏ ਹੋਏ ਸਨ, ਪਰ ਉਸਦੇ ਪਰਿਵਾਰ ਮੈਂਬਰ ਘਰ ਦੇ ਅੰਦਰ ਹੀ ਸੀ। ਪੁਲਿਸ ਮੌਕੇ ਤੇ ਪਹੁੰਚੀ ਅਤੇ CCTV ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਵੀ ਪਤਾ ਲਗਾਇਆ ਜਾ ਸਕੇ। ਇਸ ਦੇ ਨਾਲ ਹੀ ਰਾਜਪਾਲ ਜਗਦੀਪ ਧਨਖੜ ਨੇ ਇਸ ਘਟਨਾ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ। ਉਹਨਾਂ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਟਵੀਟ ਕੀਤਾ ਕਿ ਪੱਛਮੀ ਬੰਗਾਲ ਵਿੱਚ ਹਿੰਸਾ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ। ਸੰਸਦ ਮੈਂਬਰ ਅਰਜੁਨ ਸਿੰਘ ਦੀ ਰਿਹਾਇਸ਼ ਦੇ ਬਾਹਰ ਅੱਜ ਸਵੇਰੇ ਹੋਏ ਬੰਬ ਧਮਾਕੇ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ ਲਈ ਸਭ ਤੋਂ ਚਿੰਤਾਜਨਕ ਵਿਸ਼ਾ ਹੈ। ਮੈਨੂੰ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਹੋਰ ਵਧੇਰੇ ਖਬਰਾਂ ਜਾਣਨ ਲਈ ਜੁੜੇ ਰਹੋ ਇੰਡੀਆ ਪਲੱਸ ਲਾਈਵ ਦੇ ਨਾਲ।